ਸਿਡਨੀ ਵਿੱਚ ਸਿੱਖ ਗ੍ਰਾਮਰ ਸਕੂਲ ਜੋ ਕਿ ਸੰਗਤਾਂ ਵੱਲੋਂ ਬਣਾਇਆ ਜਾ ਰਿਹਾ ਸੀ। ਇਹ ਸਕੂਲ ਬਣਨ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਿਆ। ਸਾਡੇ ਨਾਲ ਇਸ ਸਕੂਲ ਦੇ ਫਾਊਂਡਰ ਸਰਦਾਰ ਕੁਲਦੀਪ ਸਿੰਘ ਚੱਢਾ, ਅਸੀਂ ਉਹਨਾਂ ਤੋਂ ਪੁੱਛਾਂਗੇ ਵੀ ਇਸ ਸਕੂਲ ਵਿੱਚ ਕੀ ਪ੍ਰੋਬਲਮ ਆਈ ਹੈ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਚੱਢਾ ਸਾਹਿਬ, ਇਹ ਸਕੂਲ ਬਣਿਆ ਨਹੀਂ ਤੇ ਇਹਨੂੰ ਪਹਿਲਾਂ ਹੀ ਵਿਵਾਦਾਂ 'ਚ ਆ ਗਿਆ, ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਕੁਝ ਬੰਦਿਆਂ ਦੀ ਆਪਣੀ ਈਗੋ ਹੈ ਜੀ, ਜਿਹੜੇ ਨਾ ਤੇ ਸੰਗਤ ਨੂੰ ਕੋਈ ਮਹੱਤਤਾ ਦਿੰਦੇ ਆ, ਨਾ ਜਿਨ੍ਹਾਂ ਨੇ ਸਕੂਲ ਫਾਊਂਡ ਕੀਤਾ ਉਹਨਾਂ ਨੂੰ ਕੋਈ ਮਹੱਤਤਾ ਦਿੰਦੇ ਆ, ਨਾ ਜਿਹੜੇ ਬਾਕੀ ਡਾਇਰੈਕਟਰ ਹੈਗੇ ਆ, ਸੀਸੀ ਮੈਂਬਰ ਹੈਗੇ ਆ, ਉਹਨਾਂ ਕੋਲੋਂ ਪੁੱਛਣਾ ਚਾਹੁੰਦੇ ਆ। 99% ਤੋਂ ਜ਼ਿਆਦਾ ਪੈਸਾ ਜਿਹੜਾ ਹੈ ਉਹ ਮੈਂ ਖੁਦ ਈਵਨ ਤੁਹਾਡੇ ਘਰੋਂ ਵੀ ਜਾ ਕੇ ਤੇ 1-1 ਰੁਪਇਆ ਇਕੱਠਾ ਕਰਕੇ ਅਸੀਂ ਇਹ ਅਸੈਟ ਬਣਾਈ ਹੈ ਸੰਗਤ ਦੀ। ਅਸੀਂ ਕੋਈ ਪ੍ਰਾਪਰਟੀ ਡੀਲਰ ਦੀ ਸ਼ਾਪ ਤੇ ਖੋਲ੍ਹੀ ਨਹੀਂ ਹੈ। ਸਾਡਾ ਤਾਂ ਇੱਕੋ ਹੀ ਓਬਜੈਕਟਿਵ ਸੀ ਕਿ ਵੀ ਜਿਹੜੀ ਗੁਰੂ ਗੋਬਿੰਦ ਸਿੰਘ ਦੀ ਪਨੀਰੀ ਹੈ ਉਹਨਾਂ ਦੇ ਵਾਸਤੇ ਆਪਾਂ ਇੱਕ ਐਸੀ ਸੰਸਥਾ ਬਣ ਜਾਵੇ ਜਿੱਥੇ ਉਹ ਸਿੱਖੀ ਦੇ ਨਾਲ ਜੁੜ ਸਕਣ। ਪਰ ਜਿਹੜੇ ਹੁਣ ਬੰਦੇ ਹੈਗੇ ਨੇ ਉਹਨਾਂ ਨੂੰ ਪੈਸਾ ਦਿਖਦਾ ਕਿ ਜੀ ਇਸ ਜ਼ਮੀਨ ਦੀ ਵੈਲਿਊ ਇੰਨੀ ਹੋ ਗਈ ਹੈ, ਇਹਨੂੰ ਵੇਚ ਦਿੰਦੇ ਹਾਂ ਤੇ ਅਸੀਂ ਅੱਗੇ ਚਲੇ ਜਾਂਦੇ ਹਾਂ। ਅਸੀਂ ਤਾਂ ਸਾਰੇ ਵੇਚਣ ਦੇ ਖਿਲਾਫ ਹਾਂ, ਤਾਂ ਹੀ ਇੱਥੇ ਖੜੇ ਹੋਏ ਹਾਂ, ਪਰ ਸਾਡੀ ਗੱਲ ਕੋਈ ਮੰਨ ਨਹੀਂ ਰਿਹਾ। ਹੁਣ ਸੰਗਤ ਨੂੰ ਅੱਗੇ ਆਉਣਾ ਪਏਗਾ ਜੀ। ਇਹਦੀ ਲੋਕੇਸ਼ਨ ਬਹੁਤ ਵਧੀਆ। ਅਸੀਂ ਹੁਣੇ ਪਹਿਲਾਂ ਐਗਰੀਕਲਚਰ ਲੈਂਡ ਸੀ, ਹੁਣ ਇਹਦੇ ਚਾਰੋਂ ਪਾਸੇ ਮਕਾਨ ਬਣ ਚੁੱਕੇ ਹਨ। ਅਸੀਂ ਭਾਈ ਸਾਹਿਬ ਤੋਂ ਪੁੱਛਾਂਗੇ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ? ਦੇਖੋ ਜੀ, ਸਾਡਾ ਮੁੱਢ ਤੋਂ ਜੋ ਇੱਕ ਮਨ ਦੇ ਵਿੱਚ ਇੱਛਾ ਸੀ ਉਹ ਇਹ ਸੀ ਕਿ ਸਾਡੀ ਸਿੱਖ ਬੱਚਿਆਂ ਨੂੰ ਇਸ ਕੰਟਰੀ 'ਚ ਆ ਕੇ ਜਦੋਂ ਕਿਸੇ ਸਕੂਲ ਜਾਂਦੇ ਨੇ ਵੱਖ-ਵੱਖ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਤੇ ਦਸਤਾਰ ਦਾ ਮਸਲਾ ਆ ਜਾਂਦਾ ਜੀ, ਕਿਤੇ ਕਿਰਪਾਨ ਦਾ ਮਸਲਾ ਆ ਜਾਂਦਾ ਹੈ, ਕਿਤੇ ਕੜਾ ਨਹੀਂ ਪਾ ਸਕਦੇ ਤੁਸੀਂ। ਸਾਡੇ ਆਪਦੇ ਜਿਹੜੇ ਚਿੰਨ੍ਹ ਆ ਸਾਨੂੰ ਉਹਨਾਂ 'ਤੇ ਪਾਬੰਦੀਆਂ ਲੱਗ ਜਾਂਦੀਆਂ ਨੇ। ਫਿਰ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਇਆਂ ਉਸ ਵੇਲੇ ਅਸੀਂ ਸੰਗਤ ਦੇ ਰੂਪ ਵਿੱਚ ਫੈਸਲਾ ਕੀਤਾ ਸੀ ਕਿ ਉਹਨਾਂ ਆਪਾਂ ਆਪਣਾ ਇੱਕ ਸਿੱਖ ਗ੍ਰਾਮਰ ਸਕੂਲ ਬਣਾਈਏ ਜਿਹਦੇ ਵਿੱਚ ਐਜੂਕੇਸ਼ਨ ਜਿਹੜੀ ਮੇਨ ਸਟਰੀਮ ਐਜੂਕੇਸ਼ਨ ਆ ਉਹ ਵੀ ਬਹੁਤ ਪਾਏਦਾਰ ਹੋਵੇ ਅਤੇ ਉਹਦੇ ਨਾਲ ਬੱਚਿਆਂ ਨੂੰ ਫਿਜ਼ੀਕਲ ਫਿਟਨੈਸ, ਸਪਿਰਚੁਅਲਿਟੀ, ਐਕੈਡਮਿਕ ਐਕਸਲੈਂਸ, ਇਹ ਸਾਰੀ ਚੀਜ਼ਾਂ ਬੱਚਿਆਂ ਨੂੰ ਪ੍ਰਦਾਨ ਕੀਤੀਆਂ ਜਾਣ। ਔਰ ਇਹ ਬਹੁਤ ਸੋਹਣਾ ਪ੍ਰੋਜੈਕਟ ਚੱਲਿਆ ਸੀ ਜੀ, ਔਰ ਮਾਲਕ ਨੇ ਬੜੀ ਵਧੀਆ ਕਿਰਪਾ ਕੀਤੀ। ਪਹਿਲਾਂ ਜ਼ਮੀਨ ਲਈ ਉਹ ਸਾਡੀ ਲਗਭਗ ਦੁੱਗਣੀ ਕੀਮਤ ਵਿਕੀ, ਉੱਥੋਂ ਪੈਸੇ ਇਕੱਠੇ ਹੋਏ ਅਤੇ ਫਿਰ ਇਹ ਜਗ੍ਹਾ ਲਈ। ਬਹੁਤ ਥੋੜ੍ਹੇ ਪੈਸੇ ਲਈ ਸੀ, ਅੱਜ ਕੀਮਤ ਇਹਦੀ 35-40 ਮਿਲੀਅਨ ਦੇ ਕਰੀਬ ਹੋ ਸਕਦੀ ਹੈ। ਔਰ ਮਨ 'ਚ ਇਹ ਇੱਛਾ ਸੀ ਕਿ ਇਹ ਜੋ ਅਦਾਰਾ ਬਣਾਉਣ ਜਾ ਰਹੇ ਹਾਂ ਅਸੀਂ, ਇਹ ਸਿਡਨੀ ਦੇ ਵੈਸਟ ਦੇ ਵਿੱਚ ਜਿੱਥੇ ਸਾਡੀ ਸਿੱਖ ਕਮਿਊਨਿਟੀ ਦੀ ਸਭ ਤੋਂ ਵੱਧ ਗਿਣਤੀ ਹੈ ਉੱਥੇ ਬਣਾਇਆ ਜਾਵੇ, ਤਾਂ ਕਿ ਸਾਡੇ ਬੱਚਿਆਂ ਨੂੰ ਜਿਹੜੀਆਂ ਵੱਧ ਤੋਂ ਵੱਧ ਪਰੇਸ਼ਾਨੀਆਂ ਆ ਰਹੀਆਂ ਨੇ ਉਹ ਪਰੇਸ਼ਾਨੀਆਂ ਦਾ ਅਸੀਂ ਕੋਈ ਹੱਲ ਕੱਢ ਸਕੀਏ ਔਰ ਬੱਚਿਆਂ ਨੂੰ ਆਪਣੀ ਸਿੱਖੀ ਦੇ ਨਾਲ ਔਰ ਇਸ ਕੰਟਰੀ ਦੇ ਕੰਟਰੀਬਿਊਸ਼ਨ ਕਰਨ ਲਈ ਅਸੀਂ ਉਹਨਾਂ ਨੂੰ ਵਧੀਆ ਉੱਚ ਪਾਏ ਦੇ ਡਾਕਟਰ, ਇੰਜੀਨੀਅਰ ਪੈਦਾ ਕਰ ਸਕੀਏ ਔਰ ਸਪੋਰਟਸਮੈਨ ਪੈਦਾ ਕਰ ਸਕੀਏ। ਪਰ ਸਾਨੂੰ ਇਸ ਵੇਲੇ ਜੋ ਮੌਜੂਦਾ ਮੈਨੇਜਮੈਂਟ ਹੈਗੀ ਉਹਨਾਂ ਨੇ ਇਹ ਫੈਸਲਾ ਕਰਕੇ ਕਿ ਅਸੀਂ ਜ਼ਮੀਨ ਵੇਚਣੀ ਹੈ, ਕਿਤੇ ਹੋਰ ਜਾਣਾ ਹੈ। ਸਾਡੇ ਉਹ ਸਾਰੇ ਡਰੀਮ ਜਿਹੜੇ ਸੀਗੇ ਉਹ ਖਤਮ ਹੋ ਚੁੱਕੇ ਕਿਸਮ ਦੇ। ਮੈਨੂੰ ਨਹੀਂ ਲੱਗਦਾ ਕਿ ਇਹ ਪ੍ਰੋਜੈਕਟ ਕਦੇ ਸਿਰੇ ਚੜ੍ਹ ਸਕੂਗਾ। ਹੁਣ ਇਹ ਸਕੂਲ ਨੂੰ ਤਕਰੀਬਨ 14-15 ਸਾਲ ਹੋ ਗਏ ਹਨ, ਇੱਥੇ ਇਸ ਹਾਲਤ ਤੱਕ ਪਹੁੰਚਿਆ। ਹੁਣ ਜੇ ਵੇਚ ਕੇ ਦੂਜੀ ਥਾਂ 'ਤੇ ਲੈਂਦੇ ਹਨ, ਚੱਢਾ ਸਾਹਿਬ ਤੁਸੀਂ ਕੀ ਸਮਝਦੇ ਹੋ ਫਿਰ ਅਗਲਾ ਸਕੂਲ ਕਿੰਨੀ ਕੁ ਦੇਰ ਨੂੰ ਤਿਆਰ ਹੋ ਜਾਏਗਾ ਜੇ ਲੈਂਡ ਇੱਥੋਂ ਛੱਡ ਕੇ ਕਿਤੇ ਹੋਰ ਲੈਂਦੇ ਹਨ? ਦੇਖੋ ਜੀ, ਮੇਰੇ ਵਿਚਾਰ ਦੇ ਹਿਸਾਬ ਨਾਲ ਤੇ ਮੇਰੇ ਜਿੰਦਿਆਂ ਜੀ ਤੇ ਨਹੀਂ ਬਣਨ ਲੱਗਾ। ਬੜੀ ਸਿੱਧੀ ਜੀ ਗੱਲ ਹੈ, ਅਤੇ ਉਹ ਕਦੀ ਵੀ ਬਣੇਗਾ ਮੈਨੂੰ ਤਾਂ ਉਮੀਦ ਨਹੀਂ ਹੈ। ਕਿਉਂਕਿ ਜਿੰਨੇ ਆਪਾਂ ਚੈਲੰਜਿਸ ਇੱਥੇ ਐਨਕਾਊਂਟਰ ਕੀਤੇ ਨੇ ਉੱਥੇ ਆਪਾਂ ਫਿਰ ਨਵੇਂ ਸਿਰੇ ਤੋਂ ਕਰ ਲਵਾਂਗੇ ਅਤੇ ਸ਼ੁਰੂ ਹੋ ਜਾਵਾਂਗੇ। ਫਿਰ ਸਾਨੂੰ ਅਪਰੂਵਲ ਵਿੱਚ ਫਿਰ 5-7 ਸਾਲ ਲੱਗਣਗੇ, ਫਿਰ ਫਾਈਨਾਂਸ ਅਰੇਂਜ ਹੋਏਗਾ, ਫਿਰ ਬਿਲਡਿੰਗਾਂ ਬਣਨਗੀਆਂ ਅਤੇ ਫਿਰ ਉੱਥੇ ਕੋਈ ਸਿੱਖ ਰਹਿੰਦਾ ਹੀ ਨਹੀਂ। ਜੇ ਆਪਾਂ ਬਿਲਡਿੰਗਾਂ ਵੀ ਬਣਾ ਦਿਆਂਗੇ ਅਤੇ ਉੱਥੇ ਕੋਈ ਸਿੱਖ ਹੀ ਨਹੀਂ ਹੈਗਾ। ਕਿਹੜਾ ਫੈਮਿਲੀ ਜਿਹੜੀ ਹੈ ਉਹ ਇੰਨੇ ਕਿਲੋਮੀਟਰ ਦੂਰ ਆਪਣੇ ਛੋਟੇ ਬੱਚਿਆਂ ਨੂੰ, ਕਿਉਂਕਿ ਆਪਾਂ ਚਾਈਲਡ ਕੇਅਰ ਪ੍ਰਾਇਮਰੀ ਸਕੂਲ ਦੀ ਗੱਲ ਕਰ ਰਹੇ ਹਾਂ ਪਹਿਲੇ, ਇੰਨੇ ਛੋਟੇ ਬੱਚਿਆਂ ਨੂੰ ਕੌਣ ਭੇਜੇਗਾ ਉੱਥੇ? ਅਤੇ ਇਸ ਕਰਕੇ ਮੇਰੇ ਹਿਸਾਬ ਨਾਲ ਤਾਂ ਕਦੀ ਵੀ ਨਹੀਂ ਬਣਨਾ। ਅਤੇ ਜਿਹੜੇ ਪੈਸੇ ਕਮਿਊਨਿਟੀ ਦੇ ਹੈਗੇ ਨੇ ਉਹ ਇੱਕ ਕਿਸਮ ਦੇ ਜ਼ਾਇਆ ਹੋ ਜਾਣੇ ਨੇ। ਅਤੇ ਜਿਹੜਾ ਨੂੰ ਅਪਰੂਵ ਕਰਾਉਣ ਵਾਸਤੇ ਪੈਸਾ ਲਾਇਆ, ਕਿੰਨਾ ਪੈਸਾ ਲੱਗਿਆ ਸੀ? ਦੇਖੋ ਜੀ, ਐਗਜ਼ੈਕਟ ਫਿਗਰਸ ਤਾਂ ਮੇਰੇ ਕੋਲ ਨਹੀਂ ਨੇ, ਪਰ ਮੇਰੇ ਹਿਸਾਬ ਨਾਲ $1.5 ਤੋਂ $2 ਮਿਲੀਅਨ ਸੰਗਤ ਦਾ ਹਾਰਡ ਅਰਨਡ ਮਨੀ ਜਿਹੜਾ ਉਹ ਅਪਰੂਵਲਸ ਦੇ ਉੱਪਰ ਆਪਾਂ ਖਰਚ ਕੀਤਾ। ਅਤੇ ਉਹਦੇ ਇਲਾਵਾ ਘੱਟੋ ਘੱਟ ਭਾਈ ਸਾਹਿਬ ਮੈਂ ਦਫ਼ਤਰ ਤੋਂ ਛੁੱਟੀ ਲੈ ਕੇ ਘੱਟੋ ਘੱਟ 105 ਮੀਟਿੰਗਾਂ ਮੈਂ ਅਟੈਂਡ ਕੀਤੀਆਂ ਨੇ ਆਰਕੀਟੈਕਟਸ ਦੇ ਨਾਲ ਅਪਰੂਵ ਕਰਾਉਣ ਵਾਸਤੇ। ਹੁਣ ਇਹ ਕਿੱਥੋਂ ਬੰਦੇ ਲਿਆਉਣਗੇ ਜਿਹੜੇ ਉੱਥੇ ਜਾ ਕੇ ਇੰਨੀ ਮਿਹਨਤ ਕਰਨਗੇ? ਜਿਹੜਾ ਬੰਦਾ ਹੁਣ ਵੇਚਣ ਹੀ ਸਭ ਤੋਂ ਅੱਗੇ ਹੈ ਉਹ ਤਾਂ ਅਪਰੂਵ ਕਰਾਉਣ ਵੇਲੇ ਵੀ ਖਿਲਾਫਤ ਕਰ ਰਿਹਾ ਸੀ। ਜੇ ਇਹਨਾਂ ਨੇ ਨਾਮ ਲਿਆ ਭਾਈ ਸ਼ਾਮ ਸਿੰਘ, ਉਹ ਤਾਂ ਅੱਜ ਤੋਂ 6 ਸਾਲ ਪਹਿਲੇ ਵੀ ਕਹਿ ਰਿਹਾ ਸੀ ਜ਼ਮੀਨ ਵੇਚੋ। ਅਸੀਂ AGM ਵਿੱਚ ਡਿਸੀਜਨ ਲਿਆ ਸੀ ਕਿ ਅੱਜ ਤੋਂ ਬਾਅਦ ਕੋਈ ਵੀ ਬੰਦਾ ਜ਼ਮੀਨ ਵੇਚਣ ਦੀ ਗੱਲ ਨਹੀਂ ਕਰੇਗਾ। ਅਤੇ ਫਿਰ ਹੁਣ ਕਿਉਂ ਵੇਚਣ ਦੀ ਗੱਲ ਹੋ ਰਹੀ ਹੈ? ਜੇ ਨਵੀਂ ਥਾਂ 'ਤੇ ਅਪਰੂਵਲ ਲੈਂਦੇ ਹਨ ਅਤੇ ਜਿਹੜੀ ਪਹਿਲਾਂ ਅਪਰੂਵਲ 'ਤੇ ਖਰਚਾ ਆਇਆ ਉਸ ਖਰਚਾ ਸਾਰਾ ਵੇਸਟ ਜਾਏਗਾ ਅਤੇ ਜਾਂ ਐਡਜਸਟ ਹੋ ਜਾਏਗਾ? ਨਹੀਂ, ਕੋਈ ਐਡਜਸਟ ਨਹੀਂ ਹੋਏਗਾ ਜੀ। ਜੋ ਅਸੀਂ ਖਰਚਾ ਕੀਤਾ ਹੈ
ਜੇ ਤੁਸੀਂ ਪ੍ਰਾਈਵੇਟਲੀ ਆਰਕੀਟੈਕਚਰਲ ਕੰਪਨੀ ਇੰਗੇਜ ਕਰਦੇ ਹੋ, ਉਹਨਾਂ ਦੇ ਕੋਲੋਂ ਜਿੰਨਾ ਕੰਮ ਉਹਨਾਂ ਨੇ ਦਿੱਤਾ ਤੁਸੀਂ ਉਹ ਕਰਵਾ ਲਿਆ, ਤੇ ਦੈਟ ਇਜ਼ ਫਿਨਿਸ਼ਡ। ਜਿਹੜੀ ਤੁਸੀਂ ਗਵਰਨਮੈਂਟ ਦੀ ਫੀਸ ਪੇ ਕੀਤੀ ਹੈ, ਪਲੈਨਿੰਗ ਡਿਪਾਰਟਮੈਂਟ ਦੀ, ਕਾਉਂਸਲ ਦੀ, ਉਹ ਫੀਸ ਤੱਕ ਉਹ ਵਾਪਸ ਥੋੜੀ ਕਰਨਗੇ ਤੁਹਾਨੂੰ, ਉਹ ਤੁਹਾਡਾ ਅਪਰੂਵਡ ਹੈਗਾ, ਗੱਲ ਖਤਮ ਹੋ ਗਈ। ਇਸ ਤੋਂ ਬਾਅਦ ਉਹ ਜ਼ੀਰੋ ਹੋ ਗਏ ਪੈਸੇ ਸਾਰੇ। ਇਹ ਸਕੂਲ ਇੱਥੇ ਦੀ ਇਸ ਟਾਈਮ ਜ਼ਰੂਰਤ ਆ, ਸੋ ਇਹਨੂੰ ਬਣਾਉਣਾ ਸਾਡੀ ਇਕੱਲੀ ਕਮਿਊਨਿਟੀ ਦੀ ਨਹੀਂ, ਏਰੀਆ ਦੀ ਜ਼ਰੂਰਤ ਆ। ਤੇ ਇਹਨੂੰ ਜੇ ਵੇਚਿਆ ਤੇ ਇਸ ਤੋਂ ਅੱਗੇ ਅਸੀਂ ਕਿੱਥੇ ਜਾਵਾਂਗੇ। ਮੈਂ ਇਹ ਵੀ ਕਲੀਅਰ ਕਰਨਾ ਚਾਹਾਂ, ਬਹੁਤੇ ਬੰਦੇ ਸਾਡੇ ਵਰਗੇ ਜਿਹੜੇ ਸਿਡਨੀ ਇੱਥੇ ਸਕੂਲ ਤੋਂ ਆਊਟ ਆਫ ਏਰੀਆ ਰਹਿੰਦੇ ਨੇ, ਸਾਨੂੰ ਕੋਈ ਫਾਇਦਾ ਨਹੀਂ ਹੋਣਾ ਵੀ ਸਕੂਲ ਬਣੇ ਨਾ ਬਣੇ, ਪਰ ਸਾਡੇ ਇਹ ਇੱਕ ਕਮਿਊਨਿਟੀ ਦਾ ਐਸੈਟ ਆ, ਤੇ ਇਸ ਕਰਕੇ ਸਾਨੂੰ ਬਹੁਤ ਦੁੱਖ ਹੈ ਵੀ ਇਹ ਬਣਨਾ ਚਾਹੀਦਾ ਆ। ਤੇ ਜਿਹੜੀ ਵਿਜ਼ਨ ਅਸੀਂ ਪਹਿਲੇ ਦਿਨ ਤੋਂ ਚੱਲੇ ਹੋਏ ਆ, ਪੈਸੇ ਇਕੱਠੇ ਕਰੇ ਨੇ, ਸੰਗਤ ਨੂੰ ਪਲਾਨ ਦਿੱਤੇ ਨੇ। ਪਿਛਲੇ ਸਾਲ ਹੀ ਮੈਨੂੰ ਯਾਦ ਆ ਇੱਥੇ ਇਸੀ ਥਾਂ ਤੇ ਆਪਾਂ ਇੱਕ ਬੜਾ ਤੰਬੂ ਲਾ ਕੇ ਸੰਗਤ ਦਾ ਭਾਰੀ ਇਕੱਠ ਕੀਤਾ ਸੀਗਾ ਵੀ ਅਸੀਂ ਜੀ ਹੁਣ ਡੀਏ ਕਰ ਰਹੇ ਆ, ਫਾਈਨਲ ਸਾਡਾ ਚੱਲ ਰਿਹਾ, ਤੇ ਅੱਜ ਅਸੀਂ ਵੇਚਣ ਵੇਲੇ ਸੰਗਤ ਨੂੰ ਪੁੱਛਿਆ ਤੱਕ ਨਹੀਂ ਕਿੱਥੇ ਬਣੇਗਾ। ਇਹ ਬਣਨਾ ਨਹੀਂਗਾ, ਕਿਉਂਕਿ ਆਲਰੇਡੀ ਇੰਨੇ ਤੁਹਾਨੂੰ ਵੀ ਪਤਾ ਕਿੰਨੇ ਸਾਲ ਹੋ ਗਏ ਹੈ। ਸੋ ਮੇਰੀ ਤਾਂ ਬੇਨਤੀ ਇਹੀ ਹੈ ਵੀ ਜਿਹੜੇ ਵੀ ਸਾਡੇ ਨਾਲ ਦੂਸਰੇ ਗਰੁੱਪ ਜਾਂ ਜੋ ਬੰਦੇ ਨਹੀਂ ਮੰਨਦੇ ਵੀ ਇਹਨੂੰ ਵੇਚਣਾ ਨਹੀਂ, ਉਹ ਸਾਡੇ ਨਾਲ ਆਪਸ ਵਿੱਚ ਸੰਗਤ ਤੋਂ ਹੀ ਪੁੱਛੋ। ਐਟਲੀਸਟ ਸੰਗਤ ਦੇ ਸਾਹਮਣੇ ਤੁਸੀਂ ਅਪਡੇਟਸ ਦਿੱਤੇ ਆ, ਉਹਨਾਂ ਕੋਲੋਂ ਕਿਸੇ ਦਾ ਡਾਲਰ, ਜਿਵੇਂ ਕਿਸੇ ਨੇ ਕਿਹਾ ਕਿਸੇ ਦਾ $5, ਕਿਸੇ ਦਾ $50,000 ਲੱਗਾ ਹੈ, ਤੁਸੀਂ ਉਹਨਾਂ ਨੂੰ ਬਿਨਾਂ ਪੁੱਛੇ ਫੈਸਲਾ ਕਿਵੇਂ ਲੈ ਸਕਦੇ ਹੋ। ਇਹ ਰੀਜ਼ਨਿੰਗ ਟਾਈ ਅਪ ਨਹੀਂ ਹੋ ਰਹੀ। ਕਿਸੇ ਦੇ ਅੱਗੇ ਵੀ ਤੁਸੀਂ ਇਹ ਗੱਲ ਕਰਦੇ ਹੋ, ਉਹ ਗੱਲ ਉਹ ਕਹਿੰਦਾ ਹੈ ਇਹ ਕਿਵੇਂ ਹੋ ਸਕਦਾ ਹੈ। ਇਹ ਕੋਈ ਤੁਹਾਡੀ ਪਰਸਨਲ ਪ੍ਰੋਪਰਟੀ ਨਹੀਂ ਹੈਗੀ ਕਿ ਤੁਸੀਂ ਅੱਜ ਵੇਚ ਕੇ ਕਿਤੇ ਸੋਚ ਰਹੇ ਹੋ ਵੀ ਅਸੀਂ ਵੇਚ ਦਿੰਦੇ ਹਾਂ ਅਤੇ ਅੱਗੇ ਬਣਾ ਲਾਂਗੇ। ਇਟਸ ਨਾਟ ਲੈਂਡ ਬੈਂਕਿੰਗ। ਇਹਨੂੰ ਆਪਾਂ ਪ੍ਰੋਪਰਟੀ ਡੀਲਿੰਗ ਦਾ ਕੰਮ ਨਹੀਂ ਕਰ ਰਹੇ। ਅਸੀਂ ਸਕੂਲ ਵਾਸਤੇ ਇੱਥੇ ਸ਼ੁਰੂ ਤੋਂ ਜੁੜੇ ਹਾਂ ਕਿ ਇੱਥੇ ਸਕੂਲ ਬਣਨਾ ਹੈ। ਸਾਡੀਆਂ 3 ਵੈਲਿਊਜ਼ ਅਸੀਂ ਹਮੇਸ਼ਾ ਦੱਸਦੇ ਹਾਂ, ਐਕੈਡੈਮਿਕ ਐਕਸੀਲੈਂਸ, ਸਪਿਰਿਚੁਅਲਿਟੀ ਹੈ ਅਤੇ ਫਿਜ਼ੀਕਲ ਸਟਰੈਂਥ। ਉਹ ਸਾਰੀਆਂ ਕਿੱਥੇ ਗਈਆਂ? ਮਤਲਬ ਉਹ ਤਾਂ ਫਿਰ ਜ਼ੀਰੋ ਹੋ ਗਈਆਂ। ਇੰਨੀ ਮਿਹਨਤ ਕੀਤੀ ਸੀ ਉਹਦੇ ਉੱਤੇ ਸਾਰਿਆਂ ਨੇ, ਤਾਂ ਫਿਰ ਉਹ ਤਾਂ ਇੱਕ ਡਰੀਮ ਤਾਂ ਰਿਅਲਾਈਜ਼ ਹੋਣਾ ਨਹੀਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਇਹ ਕਹਿਣਾ ਚਾਹੂੰਗੀ ਕਿ ਪੰਜਾਬੀ ਸਕੂਲ ਜੋ ਬਣਾਉਣ ਦਾ ਸਿਲਸਿਲਾ ਚੱਲ ਰਿਹਾ, ਉਹ ਜਲਦੀ ਤੋਂ ਜਲਦੀ ਹੋ ਸਕੇ ਤਾਂ ਜ਼ਰੂਰ ਬਣਨਾ ਚਾਹੀਦਾ। ਆਪਾਂ ਆਪਣੇ ਬੱਚਿਆਂ ਨੂੰ ਕਮਿਊਨਿਟੀ ਨਾਲ ਜੋੜ ਸਕੀਏ। ਵੀ ਆਰ ਬਲੈਸਡ ਕਿ ਆਪਾਂ ਇਹ ਕਮਿਊਨਿਟੀ 'ਚ ਜਾਂ ਇਹ ਰਿਲੀਜਨ 'ਚ ਪੈਦਾ ਹੋਏ ਹਾਂ, ਅਤੇ ਬੱਚਿਆਂ ਨੂੰ ਕਮਿਊਨਿਟੀ ਨਾਲ ਜੋੜਨ ਦਾ, ਆਪਣੇ ਰਿਲੀਜਨ ਨਾਲ ਜੋੜਨ ਦਾ, ਅੱਗੇ ਜਾ ਕੇ ਉਹ ਕੀ ਕਰਦੇ ਆ ਉਹਨਾਂ 'ਤੇ ਡਿਪੈਂਡ ਕਰਦਾ, ਪਰ ਆਪਣਾ ਫਰਜ਼ ਬਣਦਾ ਕਿ ਆਪਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਕਿ ਆਪਾਂ ਕਿੱਥੋਂ ਆਏ ਆ, ਅਤੇ ਉਹਨਾਂ ਨੂੰ ਇਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ। अपना वेडिंग प्लानर, एक मुकम्मल इवेंट कंपनी जो आपको देंगी सभी सर्विसेज, फोटोग्राफी, वीडियोग्राफी, प्री वेडिंग शूट, रिसेप्शंस, बर्थडे पार्टीज, कॉर्पोरेट पार्टीज and decorations for wedding, birthdays and corporates. Also DJ, catering, face painting, balloon twisting and security services आपके इवेंट को पीसफुल बनाने के लिए। Your one-stop stop, अपना वेडिंग प्लानर्स,